ਵੈਲਕਮ ਟੂ ਦਾ YouTube ਚੈਨਲ ਆਫ ਅੰਮ੍ਰਿਤ ਸੀਨੀਅਰ ਸੈਕੰਡਰੀ ਸਕੂਲ। ਬੇਟਾ ਅਸੀਂ ਅੱਜ ਕਰ ਲੱਗੇ ਹਾਂ +1 ਦੀ ਕੈਮਿਸਟਰੀ ਦਾ ਟੌਪਿਕ ਗ੍ਰਾਹਮਜ਼ ਲਾ ਆਫ ਡਿਫਿਊਜ਼ਨ। ਸਭ ਤੋਂ ਪਹਿਲੇ ਤੇ ਗ੍ਰਾਹਮ ਦਾ ਲਾਅ ਵਰਡ ਪੜ੍ਹਨ ਵਾਸਤੇ ਸਭ ਤੋਂ ਪਹਿਲੇ ਅਸੀਂ ਇੱਕ ਚੀਜ਼ ਕਰਨੀ ਹੈ, ਡਿਫਿਊਜ਼ਨ ਕੀ ਹੁੰਦਾ। ਵਰਡ ਡਿਫਿਊਜ਼ਨ ਨੂੰ ਅਸੀਂ ਸਟੱਡੀ ਕਰਾਂਗੇ, ਦੈਨ ਅਸੀਂ ਗ੍ਰਾਹਮ ਲਾ ਨੂੰ ਪੜ੍ਹ ਸਕਦੇ ਹਾਂ ਕਿ ਡਿਫਿਊਜ਼ਨ ਕੀ ਸਟੇਟ ਕਰਦਾ ਹੈ। ਦੇਖੋ, ਵਰਡ ਡਿਫਿਊਜ਼ਨ ਦਾ ਮਤਲਬ ਹੁੰਦਾ ਹੈ ਕਿਸੇ ਚੀਜ਼ ਦਾ ਲੋअर कॉन्सेंट्रेशन टू हायर कॉन्सेंट्रेशन मूव करना। अगर कोई चीज़ लो कॉन्सेंट्रेशन तो हाई कॉन्सेंट्रेशन वाल मूव कर रही है, दैट मीनस की चीज़ है वो डिफ्यूज़ कर रही है। गैसेस नॉर्मली ਜਿਹੜੀਆਂ ਹੁੰਦੀਆਂ ਨੇ, ਲਿਕੁਇਡ ਜਿਹੜੇ ਹੁੰਦੇ ਨੇ ਉਹ डिफ्यूजन ही टेक प्लेस कराते हैं फ्रॉम लोअर कॉन्सेंट्रेशन टू हायर कॉन्सेंट्रेशन। ਇਹ ਇਹਨਾਂ ਦੀ ਆਪਣੀ खुद की प्रॉपर्टी है ਜਿਹਦੇ ਚੋਂ फ्रॉम लो टू हाई ਜਾਂਦੇ ਨੇ। ਇਹ ਕਿਸੇ ਦੇ ਨੇਚਰ ਦੇ ਉੱਤੇ ਡਿਪੈਂਡ ਕਰਦਾ ਹੈ ਕਿ ਉਹ ਚੀਜ਼ ਕਿਸ ਤਰ੍ਹਾਂ ਦੀ ਹੈ। ਠੀਕ ਹੈ, ਨਾਰਮਲੀ ਜਿੰਨੀਆਂ ਵੀ ਗੈਸਿਸ ਨੇ ਸਾਡੀਆਂ ਉਹ ਸਾਰੀਆਂ ਡਿਫਿਊਜ਼ ਕਰਦੀਆਂ ਨੇ। ਜਿੰਨੇ ਵੀ ਲਿਕੁਇਡਸ ਨੇ ਸਾਡੇ ਉਹ ਵੀ ਸਾਰੇ ਕੀ ਕਰਦੇ ਨੇ, ਡਿਫਿਊਜ਼ ਹੀ ਕਰਦੇ ਨੇ। ਠੀਕ ਹੈ, ਗੈਸਿਸ ਤੇ ਲਿਕੁਇਡਸ ਸਾਰੇ ਡਿਫਿਊਜ਼ ਕਰਦੇ ਨੇ। ਐਗਜ਼ਾਮਪਲ ਸਮਝ ਲਈਏ, ਡਿਫਿਊਜ਼ਨ ਨੂੰ ਸਮਝਣਾ ਹੋਵੇ ਤਾਂ ਸਪੋਜ਼ ਕਰ ਲਓ ਅਸੀਂ ਇੱਕ ਰੂਮ ਲੈਂਦੇ ਹਾਂ। ਅਸੀਂ ਕੋਈ ਇੱਕ ਰੂਮ ਲੈ ਰਹੇ ਹਾਂ ਅਤੇ ਅਸੀਂ ਉਸ ਰੂਮ ਦੇ ਵਿੱਚ ਕੀ ਕਰਦੇ ਹਾਂ, ਉਸ ਰੂਮ ਦੇ ਕਿਸੇ ਇੱਕ ਕਾਰਨਰ ਦੇ ਵਿੱਚ ਅਸੀਂ ਕੋਈ ਫ੍ਰੈਗਨੈਂਸ ਕਰ ਦਿੰਦੇ ਹਾਂ ਸਪਰੇ। ਠੀਕ ਹੈ, ਕਿਸੇ ਤਰ੍ਹਾਂ ਦਾ ਕੋਈ ਪਰਫਿਊਮ ਸਪਰੇ ਕਰ ਦਿੰਦੇ ਹਾਂ ਕਿਸੇ ਇੱਕ ਕਾਰਨਰ ਦੇ ਵਿੱਚ। ਠੀਕ ਹੈ, ਮੰਨ ਲਓ ਮੈਂ ਇਸ ਰੂਮ ਲਿੱਤਾ ਇੱਕ, ਇਸ ਰੂਮ ਦੇ ਛੋਟਾ ਜਿਹਾ ਇੱਕ ਕਾਰਨਰ ਦੇ ਵਿੱਚ ਮੈਂ ਕੀ ਕੀਤਾ, ਕੁਛ ਮੋਲੀਕਿਊਲਸ ਨੂੰ ਸਪਰੇ ਕਰ ਦਿੱਤਾ। ਠੀਕ ਹੈ, ਇਹ ਕੀ ਗਏ ਨੇ ਸਾਡੇ ਕੋਈ ਗੈਸ ਮੋਲੀਕਿਊਲਸ ਹੋਣਗੇ ਜਿਹਨੂੰ ਆਪਾਂ ਸਪਰੇ ਕੀਤਾ। ਹੁਣ ਅਸੀਂ ਕੀ ਕਰਨਾ, ਹੁਣ ਸਾਨੂੰ ਪਤਾ ਕਿ ਗੈਸ ਮੋਲੀਕਿਊਲਸ ਅਸੀਂ ਇਸ ਕਾਰਨਰ 'ਚ ਸਪਰੇ ਕਰ ਰਹੇ ਹਾਂ, ਮਤਲਬ ਇੱਥੇ ਕੌਨਸੈਂਟਰੇਸ਼ਨ ਕੀ ਹੋ ਗਈ, ਇਹਦੀ ਹਾਈ ਹੋ ਗਈ, ਇਹਦੀ ਹਾਈ ਕੌਨਸੈਂਟਰੇਸ਼ਨ ਪ੍ਰੈਜੈਂਟ ਹੈ ਇਸ ਪੁਆਇੰਟ ਦੇ ਉੱਤੇ। ਜਿੱਥੇ ਮੋਲੀਕਿਊਲਸ ਨੂੰ ਆਪਾਂ ਸਪਰੇ ਨਹੀਂ ਕਰ ਰਹੇ, ਡੈਫੀਨੇਟਲੀ ਉੱਥੇ ਕੁਝ ਕੌਨਸੈਂਟਰੇਸ਼ਨ ਹੋਏਗੀ ਨਹੀਂ, ਮਤਲਬ ਮੈਂ ਉਹਨੂੰ ਇਸ ਟਾਈਮ ਲੋ ਕੌਨਸੈਂਟਰੇਸ਼ਨ ਕਾਊਂਟ ਕਰ ਸਕਦਾ। ਠੀਕ ਹੈ ਬੇਟਾ, ਕਿ ਇਸ ਜਗ੍ਹਾ ਤੇ ਸਾਡੇ ਕੋਲ ਅਸੀਂ ਮੰਨ ਲੈਂਦੇ ਹਾਂ ਕੌਨਸੈਂਟਰੇਸ਼ਨ ਕਾਫੀ ਜ਼ਿਆਦਾ ਹੈ, ਹਾਈ ਕੌਨਸੈਂਟਰੇਸ਼ਨ ਹੈ, ਤੇ ਜਿੱਥੇ ਮੋਲੀਕਿਊਲਸ ਨਹੀਂ ਗਈ ਉੱਥੇ ਕੌਨਸੈਂਟਰੇਸ਼ਨ ਲੋ ਹੋ ਜਾਏਗੀ। ਤੇ ਸਾਨੂੰ ਪਤਾ ਕਿ ਕੌਨਸੈਂਟਰੇਸ਼ਨ ਕੀ, ਤੁਸੀਂ ਕੀ ਓਬਜ਼ਰਵ ਕਰੋਗੇ, ਤੁਸੀਂ ਨੋਟ ਕਰੋਗੇ ਕਿ ਮੋਲੀਕਿਊਲਸ ਲਗਾਤਾਰ ਇਸ ਤਰੀਕੇ ਨਾਲ ਨਾ ਫੈਲਣਾ ਸ਼ੁਰੂ ਹੋ ਜਾਣਗੇ, ਇਸ ਤਰੀਕੇ ਨਾਲ ਸਾਰੀ ਡਾਇਰੈਕਸ਼ਨਸ ਇਸ ਤਰ੍ਹਾਂ। ਠੀਕ ਹੈ ਬੇਟਾ, ਮੋਲੀਕਿਊਲਸ ਤੁਸੀਂ ਕੀ ਨੋਟ ਕਰੋਗੇ ਕਿ ਹਰ ਇੱਕ ਡਾਇਰੈਕਸ਼ਨ 'ਚ ਇਸ ਤਰੀਕੇ ਨਾਲ ਜਾਣੇ ਸ਼ੁਰੂ ਹੋ ਜਾਣਗੇ। ਜਿੱਥੇ ਮੋਲੀਕਿਊਲਸ ਨਹੀਂ ਸੀਗੇ, ਜਿਵੇਂ ਇਸ ਪੋਜੀਸ਼ਨ ਦੇ ਉੱਤੇ, ਇਸ ਪਲੇਸ ਦੇ ਉੱਤੇ, ਇਸ ਪਲੇਸ ਦੇ ਉੱਤੇ, ਇੱਥੇ ਵੀ ਮੋਲੀਕਿਊਲਸ ਪਹੁੰਚਣਾ ਸ਼ੁਰੂ ਹੋ ਜਾਣਗੇ। ਆਫਟਰ ਦੈਨ ਕੀ ਹੋਏਗਾ, ਸਾਡੀ ਜਿਹੜੀ ਇਹ ਫ੍ਰੈਗਨੈਂਸ ਸੀਗੀ, ਜਿਹੜੀ ਸਮੈਲ ਸੀਗੀ, ਉਹ ਪੂਰੇ ਰੂਮ ਦੇ ਵਿੱਚ ਸਪਰੈਡ ਹੋ ਜਾਏਗੀ। ਠੀਕ ਹੈ ਬੇਟਾ, ਇਹਦਾ ਮਤਲਬ ਹੋਇਆ ਕਿ ਗੈਸ ਨੇ ਕੀਤਾ ਕੀ, ਇਹ ਅਸੀਂ ਨਹੀਂ ਕਰਵਾਇਆ, ਇਹ ਗੈਸ ਨੇ ਖੁਦ ਕੀਤਾ। ਕੀਤਾ ਕੀ, ਇਹ ਗੈਸ ਨੇ ਗੈਸ ਮੂਵ ਕਰ ਗਈ ਫਰੋਮ ਹਾਇਰ ਕੌਨਸੈਂਟਰੇਸ਼ਨ ਟੂ ਲੋ ਕੌਨਸੈਂਟਰੇਸ਼ਨ। ਤੇ ਗੈਸ ਜੇਕਰ ਹਾਇਰ ਟੂ ਲੋ ਜਾਂਦੀ ਪਈ ਹੈ, ਦਿਸ ਫਿਨੋਮੀਨਨ ਇਜ਼ ਕਾਲਡ ਐਜ਼ ਡਿਫਿਊਜ਼ਨ। ਇਸ ਚੀਜ਼ ਨੂੰ ਅਸੀਂ ਡਿਫਿਊਜ਼ਨ ਬੋਲਦੇ ਹਾਂ। ਡਿਫਿਊਜ਼ਨ ਦੇ ਨਾਲ ਹੀ ਮਿਲਦਾ ਜੁਲਦਾ ਇੱਕ ਟੌਪਿਕ ਹੋਰ ਆਉਂਦਾ ਹੈ ਜਿਹਨੂੰ ਅਸੀਂ ਪੜ੍ਹਦੇ ਹਾਂ ਇਫਿਊਜ਼ਨ। ਜਿਹਨੂੰ ਅਸੀਂ ਕੀ ਪੜ੍ਹਦੇ ਹਾਂ, ਇਫਿਊਜ਼ਨ। ਵਰਡ ਇਫਿਊਜ਼ਨ ਦਾ ਮਤਲਬ ਹੁੰਦਾ ਹੈ ਕਿਸੇ ਗੈਸਿਸ ਦਾ ਇੱਕ ਬੜੇ ਛੋਟੇ ਜਿਹੇ ਹੋਲ ਵਿੱਚੋਂ ਦੀ ਪਾਸ ਆਊਟ ਹੋਣਾ। ਮੰਨ ਲਓ ਇੱਕ ਬੜਾ ਛੋਟਾ ਜਿਹਾ ਅਸੀਂ ਹੋਲ ਲੈ ਰਹੇ ਹਾਂ, ਠੀਕ ਹੈ, ਤੁਹਾਨੂੰ ਸਮਝਾਉਣ ਵਾਸਤੇ ਤੁਹਾਨੂੰ ਦਿਖੇ ਪ੍ਰੋਪਰਲੀ ਮੈਂ ਥੋੜ੍ਹਾ ਜਿਹਾ ਵੱਡਾ ਸ਼ੋਅ ਕਰ ਰਿਹਾ, ਅਦਰਵਾਈਜ਼ ਇਹ ਕਾਫੀ ਛੋਟਾ ਹੁੰਦਾ ਹੈ। ਠੀਕ ਹੈ ਨਾ, ਅਸੀਂ ਇਸ ਤਰੀਕੇ ਨਾਲ ਕੋਈ ਚੈਂਬਰ ਲੈ ਲਿਆ, ਠੀਕ ਹੈ, ਕੋਈ ਬੀਕਰ ਲੈ ਲਓ ਜਿਹਦੇ 'ਚ ਬੜਾ ਛੋਟਾ ਜਿਹਾ ਛੇਦ ਕਰ ਦਿੱਤਾ। ਇਹਦੇ 'ਚ ਕਈ ਸੀ ਕੋਈ ਗੈਸ ਰੱਖ ਦਿੰਦੇ ਹਾਂ ਜਿਹਦੀ ਕੌਨਸੈਂਟਰੇਸ਼ਨ ਬਹੁਤ ਜ਼ਿਆਦਾ ਕੁਆਂਟਿਟੀ 'ਚ ਹੈ, ਮਤਲਬ ਇਹ ਸਾਡੀ ਕੀ ਹੋ ਗਈ, ਫਿਰ ਤੇ ਹਾਈ ਕੌਨਸੈਂਟਰੇਸ਼ਨ ਹੋ ਗਈ। ਬਾਹਰ ਕੁਛ ਨਹੀਂ ਹੈ, ਮਤਲਬ ਬਾਹਰ ਕੌਨਸੈਂਟਰੇਸ਼ਨ ਕੀ ਹੋ ਗਈ, ਸਾਡੀ ਲੋ ਕੌਨਸੈਂਟਰੇਸ਼ਨ ਹੋ ਗਈ। ਅਸੀਂ ਕੀ ਨੋਟ ਕਰਾਂਗੇ ਕਿ ਗੈਸ ਮੋਲੀਕਿਊਲਸ ਇਸ ਛੇਦ ਵਿੱਚੋਂ ਦੀ ਬਾਹਰ ਨਿਕਲਣਾ ਸ਼ੁਰੂ ਹੋ ਜਾਣਗੇ ਬੜੀ ਸਪੀਡ ਦੇ ਨਾਲ। ਠੀਕ ਹੈ ਨਾ, ਦਿਸ ਪ੍ਰੋਸੈਸ ਇਜ਼ ਕਾਲਡ ਐਜ਼, ਹੈਗਾ ਤੇ ਡਿਫਿਊਜ਼ਨ ਹੀ ਹੈ ਫਰੋਮ ਹਾਈ ਟੂ ਲੋ। ਠੀਕ ਹੈ ਨਾ, ਹੈਗਾ ਤੇ ਡਿਫਿਊਜ਼ਨ ਹੀ ਹੈ। ਡਿਫਿਊਜ਼ਨ ਦੇ ਵਿੱਚ ਕੀ ਹੈ, ਮੈਂ ਇੱਥੇ ਲੋ ਲਿਖ ਦਿੱਤਾ ਹੈ, ਇੱਥੇ ਐਕਚੁਅਲੀ ਹਾਈ ਕੌਨਸੈਂਟਰੇਸ਼ਨ ਆਉਣਾ। ਠੀਕ ਹੈ, ਇੱਥੇ ਹਾਈ ਕੌਨਸੈਂਟਰੇਸ਼ਨ ਤੋਂ ਲੋ ਕੌਨਸੈਂਟਰੇਸ਼ਨ ਆਉਣਾ। ਠੀਕ ਹੈ, ਹੈਗੀ ਤੇ ਇੱਕ ਤਰ੍ਹਾਂ ਦੀ ਇਹ ਵੀ ਡਿਫਿਊਜ਼ਨ ਹੀ ਹੈ, ਜਿਹਦੇ 'ਚ ਅਸੀਂ ਕੀ ਕਰ ਰਹੇ ਹਾਂ, ਸਿਰਫ ਇੱਕ ਛੋਟੇ ਜਿਹੇ ਛੇਦ ਵਿੱਚੋਂ ਕਰ ਰਹੇ ਹਾਂ ਸਭ ਕੁਝ। ਜੇ ਛੋਟਾ ਛੇਦ ਹੈਗਾ ਤੇ ਫਿਰ ਉਹਨੂੰ ਅਸੀਂ ਕੀ ਬੋਲਦੇ ਹਾਂ, ਇਫਿਊਜ਼ਨ ਬੋਲਦੇ ਪਏ ਹਾਂ। ਸਿਰਫ ਇਹ ਫਰਕ ਆਏਗਾ। ਜਿਵੇਂ ਐਗਜ਼ਾਮਪਲ ਲੈਣੀ ਹੋਵੇ ਤੇ ਘਰਾਂ 'ਚ ਜਿਹੜੇ ਸਾਡੇ ਸਿਲੰਡਰ ਹੁੰਦੇ ਨੇ, LPG ਸਿਲੰਡਰ, ਉਹਨਾਂ 'ਚ ਕੀ ਹੁੰਦਾ ਹੈ, ਬੜਾ ਹੀ ਛੋਟਾ ਜਿਹਾ ਇੱਕ ਨੋਜ਼ਲ ਉੱਤੇ ਪ੍ਰੈਜੈਂਟ ਹੁੰਦਾ ਹੈ, ਬੜਾ ਛੋਟਾ ਜਿਹਾ ਉੱਤੇ ਛੇਦ ਹੁੰਦਾ, ਨੋਜ਼ਲ ਹੁੰਦਾ, ਜਿਹਦੇ 'ਚੋਂ ਪ੍ਰੈਸ ਕਰਨ ਦੇ ਉੱਤੇ ਕੀ ਨਿਕਲੇਗੀ, ਉਹ 'ਚੋਂ ਗੈਸ ਬਾਹਰ ਨਿਕਲਦੀ ਹੈ। ਦੈਟ ਮੀਨਸ ਕੀ ਹੈ, ਉੱਥੇ ਇਫਿਊਜ਼ਨ ਪ੍ਰੋਸੈਸ ਟੇਕ ਪਲੇਸ ਕਰ ਰਿਹਾ। ਹੁਣ ਅਸੀਂ ਕਰਨਾ ਕੀ ਹੈ ਬੇਸਿਕਲੀ, ਹੁਣ ਅਸੀਂ ਕਰਨਾ ਗ੍ਰਾਹਮ ਦਾ ਲਾਅ।
ग्राहम ने अपना लॉ जड़ा दिता ऑन द बेसिस ऑफ डिफ्यूजन ऑफ द गैसेस एक्सप्लेन किया। ग्राहम ने की किया, ग्राहम की स्टेटमेंट की सीगी, ग्राहम ने जो स्टेटमेंट दी उहदे च ग्राहम ने की एक्सप्लेन किया कि रेट ऑफ डिफ्यूजन ऑफ गैस, रेट ऑफ डिफ्यूजन ऑफ गैस इज इनवर्सली प्रपोर्शनल टू दी, ध्यान बेटा सुनना, रेट ऑफ डिफ्यूजन ऑफ गैस इज इनवर्सली proportional to the square root of its density, its molar density। देखो उन्हें की एक्सप्लेन किया अपनी स्टेटमेंट, उन्हें कहा कि कोई भी गैस कितना डिफ्यूज करेगी ये सारा कुछ ओदे किहदे ते डिपेंड करता है, अंडर रूट स्क्वायर रूट ऑफ इट्स डेंसिटी। किसी गैस की जिन्नी डेंसिटी ज़्यादा होएगी उन्ना वो घट फैलेगी, डेंसिटी ज़्यादा होने दे नाल ओदी स्प्रैडिंग घट जानी है, ठीक है। जिन्नी डेंसिटी घट रखेंगे स्प्रैडिंग उन्नी ज़्यादा हो जाएगी। मतलब कहता है कि इस तरीके नाल जे करिए तो साढ़े को की बन जाएगा कि चलो असीं इस तरह करते हैं, दो गैसेज ले लेने, असीं कंसिडर करते हैं कि साढ़े को एक बीकर है जिहदे च फिलहाल कोई गैस प्रेजेंट है नंबर 1 है ना, एक कोई है बीकर है ये च कोई गैस प्रेजेंट है नंबर 2, ठीक है। दोनों बंद बीकर ने फिलहाल तो इस भी कोई गैस है, इस भी कोई गैस है, मे भी सेम हो सकती है, मे भी डिफरेंट हो सकती है। फिलहाल असीं कंसिडर करके चल रहे हैं कि दोनों डिफरेंट हैगियां ने, जिस तरह मर्जी तुसीं केस बना सकते हो, ठीक है। ये दोनों गैसेज डिफरेंट ने, सो दैट्स वाई यदी डेंसिटी लेट कर रहे हैं D1 तो यदी डेंसिटी असी D2 कंसिडर कर लें, कुछ ना कुछ तो असीं सपोज करना ही है। एक दी डेंसिटी D1 कंसिडर कर लेते हैं तो दूजी दी D2 कर लें। हुण जिहड़ा इहदे केस च गल करिए, अगर इहदे केस च देखिए तो साढ़े को रेट ऑफ डिफ्यूजन R1 लेट कर लें, जे मैं ओपन कर देना यह गैस फैलेगी, स्प्रैड होएगी फ्रॉम हायर कॉन्सनट्रेशन टू लोअर कॉन्सनट्रेशन, है ना। R1 जिहड़ा होएगा इनवर्सली प्रोपोर्शनल हो जाएगा अंडर रूट ऑफ D1। सिमिलरली जिहड़ा साढ़े को R2 जिहड़ा होएगा, R2 इस गैस वास्ते रेट ऑफ डिफ्यूजन वो इनवर्सली प्रोपोर्शनल हो जाएगा स्क्वायर रूट ऑफ D2, ठीक है बेटा। R1 D1 ते आते आ गया इनवर्सली तो R2 D2 दे इनवर्सली हो गया। तो जे आप दोनों के केस च डायरैक्टली प्रोपोर्शनल या इनवर्सली प्रोपोर्शनल का साइन हटा दिए तो साढ़े को की बन जाएगा कि R1 इक्वल्स टू कोई K कॉन्सटेंट बाय नीचे D1 का स्क्वायर रूट। सिमिलरली R2 की वैल्यू की आ जाएगी साड़ी इत्थे K कोई कॉन्सटेंट नाल नीचे की आ गया D2, ठीक है बेटा। सो साढ़े को इस तो बाद आप की करते हैं, इन्होंने दोनों को कर दें डिवाइड, डिवाइडिंग बोथ टर्म्स R1 बाय R2 साढ़े को की बन गया, R1 वाली वैल्यू की है साड़ी K बाय स्क्वायर रूट ऑफ D1 तो R2 वाली केड़ी है, R2 की वैल्यू उल्ट हो जाएगी ना, नीचे है उन्हें रेसिप्रोकल हो जाना, यह बन गई साड़ी K नाल उपर आ गया साडा स्क्वायर रूट ऑफ D2। इतों देखो K ते कट हो जाने क्योंकि कॉन्सटेंट्स ने दोनों सेम ही ने, बचना कि साढ़े को D2 बाय D1 एदा स्क्वायर रूट, ठीक है बेटा। R1 बाय R2 की वैल्यू की आ गई स्क्वायर रूट ऑफ D2 बाय D1। ऐसे इक्वेशन तुसी अगे फर्दर ही थोड़ा जिहा होर कन्वर्ट कर सकते हो अगर तुसी इनू मॉलिकुलर मासिस के टर्म्स विच ले लो। अगर तुसी इनू मॉलिकुलर मासिस के केस विच लोगे, इन केस ऑफ मॉलिकुलर मासिस, फिर साढ़े को क्वेश्चन के विच थोड़ा जिहा चेंज आता है कि साढ़े को की बन जाएगा कि R1 बाय R2 इक्वल्स टू अंडर रूट उस तरह रहना, सिर्फ फर्क ही पैना। देखो असल च यह चीज़ होंदी की है, चाहे इनू असीं D लिख रहे हैं डेंसिटी, जिसका मतलब है असल च साडी वेपर डेंसिटी होंदी है, यह साडी की है वेपर डेंसिटी। हर एक लिक्विड की ना अपनी, हर एक गैसेस की अपनी एक वेपर डेंसिटी होंदी है। यह असल च ओए ਉਹਦੇ छोटे छोटे मॉलिक्यूल ਜਿਹੜੇ ਉੱਪਰ ਪ੍ਰੈਜ਼ੈਂਟ ਹੈ ਉਹਦੀ ਡੈਂਸਿਟੀ ਹੈ। ਤੇ ਜਦੋਂ ਅਸੀਂ ਡੈਂਸਿਟੀ ਨੂੰ ਰਿਪਲੇਸ ਕਰ ਸਕਦੇ ਹਾਂ ਮੋਲੀਕੂਲਰ ਮਾਸਿਸ ਨਾਲ ਤੇ ਉਹਦੇ ਨਾਲ m2 ਬਾਈ m1 ਬਣ ਜਾਣਾ। ਜਿਵੇਂ ਇੱਥੇ ਸੀਗਾ r1 ਬਾਈ r2 ਦੀ ਵੈਲਿਊ d2 ਬਾਈ d1 ਸੀਗੀ, ਉਸ ਤਰ੍ਹਾਂ ਸਾਡੇ ਕੋਲ r1 ਬਾਈ r2 ਕੀ ਬਣ ਜਾਏਗਾ m2 ਬਾਈ m1। ਠੀਕ ਹੈ ਬੇਟਾ, ਸਾਡੇ ਕੋਲ ਇੱਥੋਂ ਦੀ ਇਹ ਚੀਜ਼ ਵੀ ਕ੍ਰੀਏਟ ਹੋ ਗਈ, ਇੱਕ ਹੋਰ ਮਤਲਬ ਰਿਲੇਸ਼ਨ ਡਿਰਾਈਵ ਹੋ ਗਿਆ ਸਾਡੇ ਕੋਲ ਇਨ ਟਰਮਸ ਆਫ r1 ਬਾਈ r2। एक असी होर बना सकते हैं इत्थों दी असी एक टर्म होर ही डिराइव कर सकते हैं। देखना बेटा ध्यान नाल किस तरह करते हैं आपां नूं। अगर असी
इन टर्म्स ऑफ वॉल्यूम ते टैंपरेचर गल कर लीए दैन अगर असी इन टर्म्स ऑफ वॉल्यूम एंड टैंपरेचर अगर असी वॉल्यूम ते टैंपरेचर की टर्म च गल करिए दैन साडे को की बनेगा देखो बेटा वॉल्यूम के केस च की आएगा साडे को सानू पता है कि रेट वर्ड का मतलब की होंदा है वर्ड रेट का मतलब होंदा है कि किन्ने अमाउंट ऑफ गैस किन्ने टाइम च फैल रही है ठीक है असी वॉल्यूम नू या टैंपरेचर नू विद टाइम देखना है यह चीज़ याद रख लो फिलहाल असी ज़्यादा ना टैंपरेचर नू बाद चो देखते हैं ठीक है फिलहाल इस टॉपिक के असी टाइम की गल ही करते हैं सिर्फ कि वॉल्यूम नू टाइम के नाल देख रहे हैं ठीक है वॉल्यूम एंड टाइम के नाल रेट की होंदा साडे को कि किन्ना वॉल्यूम ऑफ गैस किन्ने टाइम दे विच फैल रही है वर्ड रेट का मतलब होंदा है किसी चीज़ नू विद रिस्पैक्ट टू टाइम देखना ठीक है बेटा तो साडे को इसदा मतलब की बन गया जेकर R1 गैस लै रहे हैं आपां जे फस्ट गैस वास्ते देखिए साडे को वॉल्यूम V1 बाय टाइम T1 कंसीडर कर लो कोई तो जेकर कोई R2 गैस वास्ते देखते हैं तो फिर उत्थे की हो जाएगा साडे को फिर उत्थे V2 बाय T2 बन जाएगा तो जे दोनों नू डिवाइड करिए अगेन जिवें इत्थे R1 R2 की रेशियो निकाली तो की बन गया R1 बाय R2 इज इक्वल्स टू V1 बाय V2 मल्टीप्लाई T2 बाय T1 ਇਹਦਾ मतलब साढ़े को तीसरा फार्मूला डिराइव हो गया अगर मैं ओवरऑल कंक्लूड करा ਇਹਦਾ कंक्लूजन की आंदा साढ़े को कि R1 बाय R2 इक्वल्स टू स्क्वायर रूट ऑफ D2 बाय D1 स्क्वायर रूट ऑफ M2 बाय M1 इक्वल्स टू V1 बाय V2 टाइम्स T2 बाय T1 दैट इज़ द ग्राहम लॉ ऑफ डिफ्यूजन ठीक है बेटा यह प्रूफ हो गया साढ़े को ग्राहम लॉ ये बेसिस से तुसी काफ़ी सारे घरों दी क्वेश्चंस कर सकते हो तुहाडी बुक दे विच प्रेजेंट है थैंक यू।